ਤੇ ਉਹਦੀ ਅਸੀਂ ਕੋਈ ਆਇਤ ਨੂੰ ਪੜਾਂਗੇ। ਵਚਨ ਕੀ ਬਿਆਨ ਕਰਦਾ ਹੈ? ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਵਿਧੀ ਸਲੂਣਾ ਕੀਤਾ ਜਾਵੇਗਾ। ਇੱਥੇ ਇੱਕ ਕੁਐਸਚਨ ਮਾਰਕ ਪਾਤਾ ਆ, ਤਾਂ ਕਿਸ ਵਿਧ ਸਲੂਣਾ ਕੀਤਾ ਜਾਵੇਗਾ। ਇਹ ਕੁਐਸਚਨ ਆ ਬਾਈਬਲ ਦੇ ਵਿੱਚ। ਫਿਰ ਉਹ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਪ੍ਰਭੂ ਦੇ ਵਚਨ 'ਚ ਲਿਖਿਆ ਆ, ਤੁਸੀਂ ਧਰਤੀ ਦੇ ਲੂਣ ਆ। ਬਾਈਬਲ ਇਹ ਨਹੀਂ ਕਹਿੰਦੀ ਕਿ ਯਿਸੂ ਮਸੀਹ ਕਹਿੰਦਾ ਮੈਂ ਧਰਤੀ ਦਾ ਲੂਣ ਆ, ਤੁਸੀਂ ਵੀ ਲੂਣ ਆ। ਪਰ ਇੱਥੇ ਕੀ ਲਿਖਦਾ ਆ? ਵਚਨ ਬਿਆਨ ਕਰਦਾ ਆ, ਯਿਸੂ ਮਸੀਹ ਕਹਿੰਦੇ ਤੁਸੀਂ ਧਰਤੀ ਦੇ ਲੂਣ ਆ। ਬਾਈਬਲ ਅਸੀਂ ਪੜ੍ਹਦੇ ਆ, ਬਾਈਬਲ 'ਚ ਲਿਖਿਆ ਮੈਂ ਰੋਸ਼ਨੀ ਆ, ਤੁਸੀਂ ਇਸ ਸੰਸਾਰ ਦੀ ਰੋਸ਼ਨੀ ਆ। ਪਰ ਇਸ ਜਗ੍ਹਾ ਦੇ ਉੱਤੇ ਲਿਖਿਆ ਕਿ ਤੁਸੀਂ ਲੂਣ ਆ। ਯਿਸੂ ਮਸੀਹ ਜਿੱਥੇ ਜਿੱਥੇ ਵੀ ਜਾਂਦੇ ਹੁੰਦੇ ਸੀਗੇ, ਆਪਣੇ ਬਾਰੇ ਗੱਲਾਂ ਕਰਦੇ ਹੁੰਦੇ ਸੀਗੇ, ਆਪਣੇ ਕੰਮਾਂ ਬਾਰੇ ਗੱਲਾਂ ਕਰਦੇ ਹੁੰਦੇ ਸੀਗੇ। ਕੀ ਗੱਲਾਂ ਕਰਦੇ ਹੁੰਦੇ ਸੀ? ਕਿ ਮੈਂ ਜੀਵਨ ਦੀ ਰੋਟੀ ਆ। ਯਹੋਨਾ 6:35 ਵਿੱਚ ਲਿਖਿਆ ਹੋਇਆ ਵਚਨ ਕਹਿੰਦਾ ਆ ਕਿ ਮੈਂ ਜੀਵਨ ਦੀ ਰੋਟੀ ਆ। ਜਿਹੜਾ ਭੁੱਖਾ ਆ ਉਹ ਰਜਾਇਆ ਜਾਏਗਾ, ਉਹ ਕਿਸੇ ਵੀ ਚੀਜ਼ ਤੋਂ ਭੁੱਖਾ ਨਹੀਂ ਰਹੇਗਾ। ਔਰ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਆ ਉਹ ਕਦੀ ਪਿਆਸਾ ਨਹੀਂ ਰਹੇਗਾ। ਵਚਨ ਕੀ ਕਹਿੰਦਾ? ਮੈਂ ਜੀਵਨ ਦੀ ਰੋਟੀ ਆ। ਜਿਹੜਾ ਮੇਰੇ ਤੇ ਭਰੋਸਾ ਰੱਖਦਾ ਆ, ਮੇਰੇ ਤੇ ਵਿਸ਼ਵਾਸ ਕਰਦਾ ਆ, ਉਹ ਕਦੇ ਭੁੱਖਾ ਨਹੀਂ ਰਹੇਗਾ। ਔਰ ਜਿਹੜਾ ਮੇਰੇ ਤੇ ਵਿਸ਼ਵਾਸ ਰੱਖਦਾ ਉਹ ਕਦੀ ਪਿਆਸਾ ਵੀ ਨਹੀਂ ਰਹੇਗਾ। ਪਰ ਵਚਨ ਦੇ ਵਿੱਚ ਲਿਖਿਆ, ਯਹੋਨਾ 12:24 ਵਿੱਚ ਲਿਖਿਆ, ਫਿਰ ਯਿਸੂ ਮਸੀਹ ਕਹਿੰਦਾ ਮੈਂ ਕਣਕ ਦਾ ਦਾਣਾ ਆ। ਕੀ ਵਚਨ 'ਚ ਲਿਖਿਆ? ਮੈਂ ਕਣਕ ਦਾ ਦਾਣਾ ਆ। ਯਿਸੂ ਮਸੀਹ ਕੀ ਕਹਿੰਦਾ ਕਿ ਜਿੰਨਾ ਚਿਰ ਉਹ ਕਣਕ ਦਾ ਦਾਣਾ ਜਿਹੜਾ ਮਰੇ ਨਾ, ਉਹ ਫਲ ਨਹੀਂ ਲਿਆ ਸਕਦਾ। ਯਿਸੂ ਮਸੀਹ ਜਿੱਥੇ ਜਿੱਥੇ ਵੀ ਜਾਂਦੇ ਹੁੰਦੇ ਸੀ, ਉਹ ਦ੍ਰਿਸ਼ਟਾਂਤ ਦੇ ਰਾਹੀਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ। ਜਿਸ ਤਰ੍ਹਾਂ ਦੇ ਇਲਾਕੇ 'ਚ ਜਾਂਦੇ ਸੀ, ਜੇ ਖੱਤੇ ਵਾਲੇ ਸੀ ਤਾਂ ਖੱਤੇ ਵਾਲੇ ਦੀ ਮਿਸਾਲ ਦਿੰਦੇ ਹੁੰਦੇ ਸੀਗੇ। ਜਿਸ ਜਗ੍ਹਾ ਤੇ ਵੀ ਉਹ ਜਾਂਦੇ ਸੀ, ਜਿਸ ਤਰ੍ਹਾਂ ਦੇ ਲੋਕ ਹੁੰਦੇ ਸੀ, ਉੱਥੇ ਉਹ ਉਸ ਤਰ੍ਹਾਂ ਦਾ ਆਪਣਾ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ। ਪਰ ਅਸੀਂ ਵਚਨ 'ਚ ਕੀ ਪੜ੍ਹਿਆ ਆ? ਵਚਨ ਵਿੱਚ ਲਿਖਿਆ ਆ ਕਿ ਤੁਸੀਂ ਧਰਤੀ ਦੇ ਲੂਣ। ਪਰ ਇਸ ਵਚਨ ਤੋਂ ਪਹਿਲਾਂ ਜਾਣ ਤੋਂ ਕਣਕ ਦੇ ਦਾਣੇ ਬਾਰੇ ਜ਼ਿਕਰ ਕਰਾਂਗੇ ਕਿ ਕਣਕ ਦਾ ਦਾਣਾ ਜਿਹੜਾ ਆ, ਜਿੰਨਾ ਚਿਰ ਉਹ ਮਰ ਨਾ ਜਾਵੇ, ਜਿੰਨਾ ਚਿਰ ਉਹ ਮਰ ਨਾ ਜਾਵੇ, ਸੜ ਨਾ ਜਾਵੇ, ਗਲ ਨਾ ਜਾਵੇ, ਉਹਨਾਂ ਚਿਰ ਉਹ ਫਲਵੰਤ ਨਹੀਂ ਆਉਂਦਾ। ਮਿੱਟੀ ਦੇ ਵਿੱਚ ਉਸਨੂੰ ਮਰਨਾ ਪਵੇਗਾ, ਮਿੱਟੀ ਵਿੱਚ ਉਸਨੂੰ ਸੜਨਾ ਪਵੇਗਾ। ਕਿਉਂ? ਫਲ ਦੇਣ ਦੇ ਲਈ ਦਾਣੇ ਨੂੰ ਮਰਨਾ ਪਵੇਗਾ ਤਾਂ ਕਿ ਉਹ ਢੇਰ ਸਾਰਾ ਫਲ ਦੇਵੇ। ਇੱਕ ਦਾਣਾ ਜਦੋਂ ਜ਼ਮੀਨ ਵਿੱਚ ਸੜ ਜਾਂਦਾ ਆ, ਗਲ ਜਾਂਦਾ ਆ, ਜਦੋਂ ਉਹ ਪੁੰਗਰ ਕੇ ਬਾਹਰ ਆਉਂਦਾ ਆ ਤਾਂ ਉਸ ਪੁੰਗਰੇ ਹੋਏ ਜੋ ਹੁੰਦਾ ਆ ਦਾਣਾ, ਜਿਸ ਜਗ੍ਹਾ ਤੇ ਪੁੰਗਰਿਆ ਹੁੰਦਾ, ਉਸ ਦਾਣੇ ਨੂੰ ਜਦੋਂ ਅਸੀਂ ਸਿੱਟੇ ਦੇਖਦੇ ਆ ਲੱਗੇ, ਇੱਕ ਦਾਣੇ ਦੇ ਨਾਲ ਢੇਰ ਸਾਰੇ ਸਿੱਟੇ ਲੱਗੇ ਹੁੰਦੇ ਆ, ਬਹੁਤ ਲੱਗੇ ਹੁੰਦੇ ਆ, 100 ਦੇ ਹਿਸਾਬ ਨਾਲ, 200 ਦੇ ਹਿਸਾਬ ਦੇ ਨਾਲ। ਇਸ ਤਰ੍ਹਾਂ ਉਸ ਦਾਣੇ ਨੂੰ ਪਹਿਲਾਂ ਮਰਨਾ ਪੈਂਦਾ। ਜੇ ਵਚਨ ਕਹਿੰਦਾ ਕਿ ਜੋ ਨਾ ਮਰੇ ਤਾਂ ਉਹ ਫਲਦਾਇਕ ਨਹੀਂ ਹੋ ਸਕਦਾ। ਜੇ ਮਿੱਟੀ ਦਾ ਦਾਣਾ, ਜੇ ਕਣਕ ਦਾ ਦਾਣਾ ਮਿੱਟੀ ਦੇ ਵਿੱਚ ਮਰੇ ਨਾ, ਸੜੇ ਨਾ, ਗਲੇ ਨਾ, ਉਹਨਾਂ ਚਿਰ ਉਹ ਪੁੰਗਰ ਨਹੀਂ ਸਕਦਾ। ਉਸਨੂੰ ਪਹਿਲੇ ਗਲਣਾ ਪੈਂਦਾ ਆ, ਸੜਨਾ ਪੈਂਦਾ ਆ, ਔਰ ਫਿਰ ਜਾ ਕੇ ਉਹਨੂੰ ਉਹ
उस छिट्टे दे विच दाने लगदे आ। प्रभु दे वचन च लिखिया आ, यीशु मसीह की कहते आ कि मैं कनक दा दाना आ। आसमान तो साडे लिए उस सृष्टि ते आ गया, सानू जिंदगी देने दे लिए। यीशु मसीह का जन्म किस जगह ते होया? यीशु मसीह का जन्म बैतलहम दे विच होया। बैतलहम दा अर्थ किया, बैतलहम दा मतलब किया रोटी दा घर। बैतलहम दा मतलब या रोटी दा घर। और यीशु मसीह जेड़ा की कहते आ, मैं कनक दा दाना आ, मैं जीवन दी रोटी आ। और जीवन दी रोटी किथे पैदा होए? बैतलहम दे विच। उसनू जिंदगी देण दे लई कि असी बच जाइए, सानू जिंदगी देण दे लई उसनू मरना पिया, उसनू कब्र विच रखना पिया। और 3 दिन ते 3 रात उस कब्र दे विच रहे। क्यों? बिना खून बहाए सानू मुक्ति नहीं सी मिलनी, बिना खून बहाए सानू आजादी नहीं सी मिलनी, बिना खून बहाए सानू जिंदगी नहीं सी मिलनी। इसलिए उसनू आसमान तो आना पिया साडी खातर, उसनू मरना पिया। उस कनक दे दाने नू जमीन विच जाना पिया मेरी और तुहाडी खातर, ताकि वो सानू जिंदगी दे सके। वो जिंदगी देवे, चौखी जिंदगी दे सके। हालेलुया। साडी जिंदगी दे लई उसनू मरना पिया, सबना दे लई वो कुर्बान हो गया। वचन की बयान करता है, ਜਦੋਂ ਅਸੀਂ वचन ਨੂੰ पढ़ते हैं, वचन कहता है कि तुसी मैनू नहीं चुनिया। जे ਅਸੀਂ कहिए कि यीशु मसीह ਨੂੰ ਅਸੀਂ चुन लिया आ, ਅਸੀਂ ਲੱਭ लिया आ, ਅਸੀਂ भटके होए सी। वचन बयान करता कि तुसी मैनू नहीं लभ्या, तुसी मैनू नहीं लभ्या, मैं तुहानू चुन लिया। मैं आसमान तो आया इसी करके आया कि मैं तुहानू चुन लवां, अपने पुत्र और धीआं बना लवां। हालेलुया। की असी पढ़िया मती दी अंजील 5:13 विच लिखिया आ, तुसी धरती दे लूण हो, पर जे लूण बेसवाद हो जावे किस तरह सलूणा किता जावेगा? वो फिर किसे काम दा ना होवेगा, वो तां बाहर सुट दिता जावेगा ते मनुखां दे पैरां हेठ मित्या जावेगा। असी वचन नूं पढ़िया, यीशु मसीह की कहते आ, लूण तां चंगा है, पर लूण जे बेसवाद हो जावे किस चीज दे नाल उसनू सलूणा कर सकते हैं? लूण चंगा है, पर जे लूण बिगड़ जावे किस तरह उसनू सलूणा कर सकते हैं? साडियां जिंदगियां दे विच जो लूण आ, जो साडियां जिंदगियां दे विच परमेश्वर दे पुत्र ने कहा कि तुसी धरती दे लूण आ। साडियां जिंदगियां विचों लूण जेड़ा स्वादलापन देना चाहिदा, साडियां जिंदगियां दे विच लूण जेड़ा बिगड़ना नहीं चाहिदा। जे बिगड़ जावे तां परमेश्वर की कहता, जे असी वचन विच देखिए कि समसून जेड़ा सी उसदा लूण जेड़ा आ वो बेसवाद हो गया। समसून जेड़ा आ उसदा लूण बेसवाद हो गया। परमेश्वर ने उसनू स्वाद वाला बनाया सी, उसके अंदर लूण भरिया होया सी, पर वो किया बेसवाद हो गया। परमेश्वर ने उसनू एक सूरमा बनाया सी, एक जोधा बनाया सी। उसके नाल कोई इन्ना जोधा बनाया सी कोई जित नहीं सी सकता, वो सबनू हरा दिता सी। परमेश्वर ने ऐना उसनू जोधा बनाया सी, पर ओ की होया, ओदे विचों लूण चला गया। ओने की कीता, ओ एक औरत जो कि वैश्या आ, उसदे नाल उसदे संबंध हो गए और ओदी जिंदगी दे विचों लूण जेड़ा सी बेसवादा हो गया। वचन की कहता है, समसून
अपनी ताकत नू गवा बैठा। समसून जो है परमेश्वर की सामर्थ नू गवा दिता। जो उस विच पावर सी, परमेश्वर की सामर्थ भरी हुई सी, उस सामर्थ नू ओ गवा बैठा। ओ पाप विच डिग गया, पाप विच डिग गया। प्रभु दे वचन च लिखिया, जे लूण बेसवाद हो जावे तो उसनू किस रिधि दे नाल असी चंगा बना सकते हैं, किस रिधि दे नाल उसनू स्वाद बना सकते हैं। प्रभु दे वचन च लिखिया है, साडियां जिंदगियां दे विच लूण होना बहुत जरूरी है। दूसरा, असी यहूदा इकसरजोती नू देखते हैं। यहूदा इकसरजोती जो सीगी उसनू वचन किस तरह बयान करदा। यहूदा इकसरजोती नू चोर करके वचन बयान करदा कि यहूदा इकसरजोती एक चोर दी मानद बनिया। चोर दी मानद इस तरह बनिया कि उसने अपने सृष्टिकर्ता नू, अपने उद्धारकर्ता नू ही बेच दिता। ओ परमेश्वर दे विरुद्ध चला गया। वचन कहता कि उसकी जिंदगी दे विच जो स्वाद सी वो बिगड़ गया। कोई चीज उसनू लूण वाली नहीं कर सकती। क्यों? क्योंकि परमेश्वर दे विरुद्ध चला गया और परमेश्वर दे पुत्र नू ही बेच दिता। वचन की कहता, जे लूण बेसवाद हो जावे, किस रीति दे नाल असी चंगा कर सकते हैं। वचन की कहता है, वो पैरों हेठ मित्या जाएगा, पर वचन कहता कि अपने विच लूण बनाई रखो, अपने विच मेल मिलाप रखो, अपने विच ही मिले बरते रहो। यीशु मसीह केड़े लूण की गल करता है? इस वचन दे विच यीशु मसीह ने कहा कि तुसी धरती दे लूण हो, पर ए लूण केड़े गल कर रहे हैं यीशु मसीह। ਜਦੋਂ ਅਸੀਂ वचन ਨੂੰ देखते हैं, दूजा राजा ਉਹਦੇ दूसरे चैप्टर ਦੇ ਵਿੱਚ ਅਲੀਸ਼ਾ ਨਬੀ ਜਿਹੜਾ ਆ ਜਰੀਹੋ ਦੇ ਵਿੱਚ ਜਾਂਦਾ ਆ। ਜਦੋਂ ਅਲੀਸ਼ਾ ਨਬੀ ਜਿਹੜਾ ਆ ਜਦੋਂ ਜਰੀਹੋ ਦੇ ਵਿੱਚ ਸ਼ਹਿਰ ਦੇ ਵਿੱਚ ਜਾਂਦਾ ਆ ਤਾਂ ਲੋਕ ਉਸ ਨੂੰ ਕਹਿੰਦੇ ਆ ਕਿ हे स्वामी इस जगह ਦੇ ਉੱਤੇ ਜਿਹੜਾ ਪਾਣੀ ਆ ਉਹ ਕੌੜਾ ਪਾਣੀ ਆ। ਜਦੋਂ ਅਲੀਸ਼ਾ ਜਰੀਹੋ ਵਿੱਚ ਜਾਂਦਾ ਆ, ਜਰੀਹੋ ਸ਼ਹਿਰ ਜਿਹੜਾ ਆ ਦੇਖਣ ਨੂੰ ਬੜਾ ਖੂਬਸੂਰਤ ਆ, ਬਹੁਤ ਚੰਗਾ ਆ, ਪਰ ਪਾਣੀ ਕੀ ਆ? ਕੌੜਾ ਆ, ਪਾਣੀ ਪੀਣ ਦੇ ਯੋਗ ਨਹੀਂ ਆ। ਅਲੀਸ਼ਾ ਕਹਿੰਦਾ ਆ कि परमेश्वर इसनू ठीक कर सकता है, परमेश्वर इसनू ठीक कर सकता है। और वचन के मुताबिक परमेश्वर ने अलीशा ने जो किया, परमेश्वर ने उसी तरह किया। और अलीशा ने लूण मंगाया और लूण जिहड़ा वो पानी विच पाया तां पानी दा टेस्ट जिहड़ा वो बदल गया। सिर्फ ते सिर्फ अलीशा ने लूण ही पाया, लूण नू ही वरत्या, पर परमेश्वर ने लूण नू बहुत महत्वपूर्ण बनाया है। असी सब जानते हैं कि जो असी खाना बनाते हैं, भावें खाना कितना भी टेस्टी क्यों ना होवे, भावें खाना कितना भी स्वाद क्यों ना होवे, जे उस विच असी लूण नहीं पावांगे तो वो खाना जिहड़ा आ बेसवादा होगा, ਉਹਦਾ ਕੋਈ ਟੇਸਟ ਨਹੀਂ ਹੋਊਗਾ। इसी तरह जरीहो शहर जिहड़ा देखण नूं खूबसूरत आ, देखण नूं चंगा आ, पर की आ उन्हां दा पानी जिहड़ा वो शहर दा पानी जिहड़ा कौड़ा आ, वो पीण दे जोग नहीं गा। जे असीं पढ़ीए लेविया दी बुक चैप्टर 2 ते ओदी 13 आयत विच वचन कहंदा आ, वचन कहता है, परमेश्वर कहता जो भी बलि चढ़ाउणी आ, परमेश्वर ने एक हुक्म दिता सी कि जो भी तुसी बलि चढ़ाउणी आ ओ बलि लूण तो बगैर ना होवे, ओ बलि लूण तो बगैर ना होवे। जदों भी मेरे अगे तुसी जगमेदी उत्ते बलि लैके आउणी आ तां लूण जरूर होना चाहिदा आ। लूण नूं महत्वपूर्ण
महत्वपूर्ण बहुत परमेश्वर ने मन्निया आ। और वचन दे विच लिखिया कि जे लोड़ ना होवे तां परमेश्वर नूं वो जगवेदी पसंद नहीं सी। इस करके परमेश्वर ने हुक्म दिता सी कि जदों भी तुसी बेदी उत्ते बलि चढ़ाउणी आ तां लूण जरूर होना चाहिए आ। पर असी वचन विच देखते हैं कि लूण तो बगैर बेदी नहीं होनी चाहिए, बलि नहीं होनी चाहिए। जे परमेश्वर नूं लूण तो बगैर बेदी पसंद नहीं, बलिदान पसंद नहीं गा। असी इंसान भी है जिन्ना मर्जी अच्छा खाना क्यों ना होवे, स्वाद खाना क्यों ना होवे, सानू भी खाना जिहड़ा आ चंगा नहीं लगता। लूण तो बगैर खाना अच्छा नहीं लगता। पर जदों असीं मत्ती विच पढ़िया, मत्ती विच लिखिया कि तुसी धरती दे लूण आ। जे लूण बेसवाद हो जावे वो लोकां दे पैरां हेठ मिद्या जाएगा, लोकां दे पैरां हेठ मिद्या जाएगा। जेड़ा जरीहो सीगा वो पानी पीण दे योग नहीं सी, वो कौड़ा पानी सीगा। इसी तरह शहर चंगा सी, शहर सुंदर सी, देखण नूं चंगा सी। इसी तरह असी लोग आ, देखण नूं चंगे आ, बोलण नूं चंगे आ, तुरन फिरन नूं चंगे आ, पर परमेश्वर कहंदा तुहाडे अंदर फिक्कापन आ, तुहाडे अंदर सलूना नहीं गा, फिक्का आ। कई लोग इस तरह दे आ कि देखण नूं अच्छे आ, बोलण नूं अच्छे आ, पर फिक्कापन आ उन्हां दे विच। परमेश्वर की कहता है, परमेश्वर कहता मैं आया इस संसार विच इस करके कि मैं तुहानू लूण वाले बना दवा, टेस्टी बना दवा। जदों असीं अपने उद्धारकर्ता दे उत्ते विश्वास कर लैने आ, अपने उद्धारकर्ता नू मन लैने आ, विश्वास कर लैने आ, तो कहता मैं तुहाडीआं जिंदगियां दे विचों जो गंदगी आ, जो पकीजगी नहीं की बदबू आ, उसनूं मैं साफ कर देना और मैं तुहानू लूण वाले बना देना। और लूण जिहड़ा आ वो सबना नूं टेस्ट दिंदा आ। मेरा वचन जिहड़ा आ सबना नूं जदों तुसीं दसोगे तां उस विच सलूणापन आएगा। जदों तुसीं मेरे ते विश्वास रखोगे, मैं तुहाडे विचों जो किरची जिहे पाप आ, जो बदबू आ, जो गंदगी आ, मैं उन्हें साफ कर देवांगा ताकि तुसी सलूणे हो जाओ, लूण वाले बन जाओ और तुहाडे अंदर एक स्वाद आ जाएगा। असीं उन्हां लोकां नूं भी लूण वाले बनाइए जदों असीं उन्हां नूं वचन दसांगे, बाइबल बारे दसांगे, यीशु मसीह बारे दसांगे, तो फिर साडे विच परमेश्वर दा वो लूण होवेगा जिस बारे वो गल करदा आ कि तुसी धरती दे लूण हो। असी धरती दे लूण आ, असी धरती दे लोकां नूं जाके दसना आ कि परमेश्वर दा पुत्र जिहड़ा आ वो साडे ते तुहाडे गुनाहां दे बदले आया आ। जदों तुसीं उहनूं कबूल कर लैंदे आ, तुहाडीआं जिंदगियां दे विचों वो गंदगी कढ देगा और तुहानूं सलूणा बना देगा। हालेलुया। सानूं ये गल भुलनी नहीं चाहिए। जरीहो विच अलीशा गया, शहर चंगा आ, पर पानी देखण नूं भी ठीक सीगा, पर स्वाद जिहड़ा ओदा कौड़ा सी। पर वचन विच लिखिया आ पानी कौड़ा सी, पानी कौड़ा करके उन्हां दी खेती बाड़ी जिहड़ी आ वो भी चंगी तरह नहीं सी हुंदी। क्यों? क्योंकि बंजर जमीन सीगी, बंजर जमीन सीगी। बंजर जमीन करके वो खेती जिहड़ी आ फलवंत नहीं सी हुंदी। सो इस करके परमेश्वर कहता जे तुहाडे विच सलूणापन होवेगा तां तुसीं फलवंत होगे। उस जरीहो दे शहर की तरह नहीं कि बंजर जमीन उत्ते पैदावार नहीं सी हो रही, बंजर जमीन उत्ते फलवंत नहीं सी हो रहा। परमेश्वर कहता जदों तुहाडे विच मेरी अनुग्रह होगा, मेरी सामर्थ होगी,
ਤਾਂ ਤੁਸੀਂ ਸਲੂਣਾਪਨ ਮਹਿਸੂਸ ਕਰੋਗੇ, ਤੁਸੀਂ ਫਲਵੰਤ ਹੋਗੇ ਉਸ ਬੀਜ ਦੀ ਤਰ੍ਹਾਂ ਜੋ ਜ਼ਮੀਨ ਦੇ ਵਿੱਚ ਗਿਆ। ਜਦੋਂ ਜ਼ਮੀਨ ਦੇ ਵਿੱਚ ਗਿਆ ਔਰ 30 ਗੁਣਾ ਨਹੀਂ 60 ਗੁਣਾ ਨਹੀਂ 100 ਗੁਣਾ ਫਲ ਲੈ ਕੇ ਆਇਆ। ਅਸੀਂ ਉਸ ਬੀਜ ਦੀ ਤਰ੍ਹਾਂ ਨਹੀਂ ਬਣਨਾ ਜੋ ਰਸਤੇ ਵਿੱਚ ਪੰਛੀ ਆਣ ਕੇ ਚੁੱਕ ਕੇ ਲੈ ਗਏ। ਅਸੀਂ ਉਸ ਬੀਜ ਦੀ ਤਰ੍ਹਾਂ ਨਹੀਂ ਬਣਨਾ ਜੋ ਪਥਰੀਲੀ ਜ਼ਮੀਨ ਉੱਤੇ ਵਿੱਚ ਡਿੱਗ ਗਿਆ। ਉਸ ਜ਼ਮੀਨ ਦੀ ਤਰ੍ਹਾਂ ਨਹੀਂ ਬਣਨਾ ਜੋ ਕੰਡਿਆਲਿਆਂ ਨੇ ਦਬਾ ਲਿਆ ਔਰ ਜਦੋਂ ਦੁੱਖ ਮੁਸੀਬਤਾਂ ਆਈਆਂ ਪਰਮੇਸ਼ਰ ਕੋਲੋਂ ਦੂਰ ਹੋ ਗਏ। ਅਸੀਂ ਉਸ ਜ਼ਮੀਨ ਦੀ ਤਰ੍ਹਾਂ ਬਣਨਾ ਆ ਜੋ ਫਲ ਬੰਤਿਆ। ਉਹ ਫਲ ਜਿਹੜਾ ਜ਼ਮੀਨ ਦੇ ਵਿੱਚ ਡਿੱਗਿਆ 30 ਗੁਣਾ ਨਹੀਂ 60 ਗੁਣਾ ਫਲਦਾਇਕ ਹੋਇਆ। ਪਾਣੀ ਪਾਉਣ ਦੇ ਨਾਲ ਜ਼ਮੀਨ ਜਿਹੜੀ ਆ ਬੰਜਰ ਹੁੰਦੀ ਆ, ਪਰ ਕੌੜੇ ਪਾਣੀ ਦਾ ਕਰਕੇ ਉਹ ਜ਼ਮੀਨ ਜਿਹੜੀ ਆ ਬੰਜਰ ਜਿਹੜੀ ਆ ਫਲਵੰਤ ਨਹੀਂ ਹੋਈ। ਅਲੀਸ਼ਾ ਨੇ ਲੂਣ ਪਾਇਆ, ਪਾਣੀ ਠੀਕ ਹੋ ਗਿਆ ਔਰ ਬੰਜਰ ਜ਼ਮੀਨ ਦੇ ਵਿੱਚ ਪੈਦਾਵਾਰ ਫਲਵੰਤ ਹੋਣ ਲੱਗ ਪਈ। ਇਸੇ ਤਰ੍ਹਾਂ ਸਾਡੀ ਜ਼ਮੀਨ ਜਿਹੜੀ ਆ ਸਾਡਾ ਹਿਰਦਾ ਆ, ਸਾਡਾ ਦਿਲ ਆ, ਜਿਸ ਵਿੱਚ ਅਸੀਂ ਆਪਣੇ ਖੁਦਾਵੰਦ ਦੇ ਵਚਨ ਨੂੰ ਲੈ ਕੇ ਜਾਈਏ। ਇਹ ਵਚਨ ਜਿਹੜਾ ਆ ਇਹ ਵੀ ਕਹਿੰਦਾ ਆ ਕਿ ਮੈਂ ਬਹਿਤਾ ਦਰਿਆ ਆ, ਉਹ ਬਹਿਤਾ ਦਰਿਆ ਆ ਜਿੱਥੋਂ ਪਾਣੀ ਵਗਦਾ ਰਹਿੰਦਾ ਆ। ਤੁਸੀਂ ਕਦੇ ਦੇਖਿਆ ਕਿ ਜਿੱਥੇ ਪਾਣੀ ਰੋਕਿਆ ਹੋਵੇ ਉਹ ਗੰਦਾ ਪਾਣੀ ਹੋ ਜਾਂਦਾ ਆ, ਉਸ ਵਿੱਚੋਂ ਬਦਬੂ ਆਉਂਦੀ ਆ, ਸਮੈਲ ਆਉਂਦੀ ਆ, ਗ੍ਰੀਨ ਮੋਲ ਹੋਣ ਲੱਗ ਪੈਂਦਾ ਆ। ਪਰ ਪ੍ਰਭੂ ਕੀ ਕਹਿੰਦਾ, ਮੈਂ ਉਹ ਬਹਿਤਾ ਦਰਿਆ ਆ। ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਉਹ ਜਿਹੜਾ ਜੀਵਨ ਆ ਮੈਂ ਉਸ ਬਹਿਤੇ ਦਰਿਆ ਦੀ ਤਰ੍ਹਾਂ ਬਣਾ ਦੂੰਗਾ ਜਿੱਥੇ ਤਾਜ਼ਾ ਪਾਣੀ ਆਉਂਦਾ ਆ। ਜ਼ਬੂਰ 1 ਦੇ ਵਿੱਚ ਲਿਖਿਆ ਆ, ਜਿਹੜਾ ਟਰੀ ਨਦੀ ਦੇ ਕਿਨਾਰੇ ਉੱਤੇ ਲੱਗਾ ਆ ਉਹ ਫਲਵੰਤ ਆ। ਉਹਦੇ ਪੱਤੇ ਜਿਹੜੇ ਆ ਮੁਰਝਾਉਂਦੇ ਨਹੀਂਗੇ, ਉਹਦੇ ਪੱਤੇ ਹਰੇ ਭਰੇ ਰਹਿੰਦੇ ਆ। ਸਮੇਂ ਸਮੇਂ ਸਿਰ ਉਹ ਫਲ ਦਿੰਦਾ ਆ, ਸਮੇਂ ਸਮੇਂ ਸਿਰ ਉਹਦਾ ਮਾਲਕ ਜਿਹੜਾ ਆ ਉਹ ਪ੍ਰਸੰਨ ਹੁੰਦਾ ਆ। ਉਸ ਟਰੀ ਦੇ ਉੱਤੋਂ ਉਹ ਖੁਸ਼ ਹੁੰਦਾ ਆ ਕਿ ਮੈਂ ਜੋ ਟਰੀ ਲਾਇਆ ਹੋਇਆ ਆ ਇਹਦੇ ਪੱਤੇ ਹਰੇ ਭਰੇ ਰਹਿੰਦੇ ਆ, ਸੁੱਕਦੇ ਨਹੀਂਗੇ, ਧੁੱਪ ਵੀ ਪੈਂਦੀ ਆ, ਹਵਾ ਵੀ ਵਗਦੀ ਆ, ਪਰ ਮੇਰੇ ਟਰੀ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਕਿਉਂਕਿ ਵਚਨ ਜ਼ਬੂਰ 1 ਦੇ ਵਿੱਚ ਲਿਖਿਆ ਉਹ ਹਰਿਆ ਭਰਿਆ ਰਹੇਗਾ, ਸਮੇਂ ਸਿਰ ਉਸ ਉੱਤੇ ਫਲ ਆਉਣਗੇ। ਪਰ ਵਚਨ ਕੀ ਕਹਿੰਦਾ ਆ, ਜੋ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਂ ਉਹਨਾਂ ਨੂੰ ਸਲੂਣੇ ਬਣਾ ਦਵਾਂਗਾ, ਉਹਨਾਂ ਨੂੰ ਹਰਿਆ ਭਰਿਆ ਬਣਾ ਦਵਾਂਗਾ। ਉਹ ਲੋਕਾਂ ਦੇ ਪੈਰਾਂ ਹੇਠ ਨਹੀਂ ਮਿੱਤੇ ਜਾਣਗੇ ਜਿਹੜੇ ਮੇਰੇ ਵਚਨ ਨੂੰ ਸੁਣਦੇ ਆ ਔਰ ਮੇਰੇ ਤੇ ਵਿਸ਼ਵਾਸ ਰੱਖਦੇ ਆ। ਮੈਂ ਉਹਨਾਂ ਨੂੰ ਫਲਵੰਤ ਬਣਾ ਦਵਾਂਗਾ, ਉਹਨਾਂ ਨੂੰ ਫਰੂਟਦਾਇਕ ਬਣਾ ਦਵਾਂਗਾ ਔਰ ਪਿਤਾ ਜਿਹੜਾ ਆ ਫਿਰ ਉਹਨਾਂ ਤੋਂ ਪ੍ਰਸੰਨ ਹੋਵੇਗਾ। ਹਾਲੇਲੂਇਆ। ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਹੋਇਆ ਆ, ਉਹ ਮੌਕਾ ਦਿੱਤਾ ਹੋਇਆ ਆ ਉਸ ਟਰੀ ਦੀ ਤਰ੍ਹਾਂ। ਮਾਲਕ ਨੇ 3 ਸਾਲ ਹੋ ਗਏ ਟਰੀ ਨੂੰ ਲਾਏ ਨੂੰ, ਪਰ ਕੀ ਹੁੰਦਾ ਆ 3 ਸਾਲ ਹੁੰਦਾ ਆ, ਦੇਖਦਾ ਆ ਉਸ ਉੱਤੇ ਕੋਈ ਫਲ ਨਹੀਂਗਾ ਔਰ ਉਹ ਨੌਕਰ ਨੂੰ ਕਹਿੰਦਾ ਕਿ ਇਹਨੂੰ ਕੱਟ ਦੇ, ਇਹਨੂੰ ਵੱਢ ਦੇ, ਇਹਨੇ ਜਗ੍ਹਾ ਰੋਕੀ ਹੋਈ ਆ। ਪਰ ਕੀ ਉਹਦਾ ਨੌਕਰ ਉਹਨੂੰ ਕਹਿੰਦਾ ਆ, ਸਵਾਮੀ 1 ਸਾਲ ਹੋਰ ਦੇ ਦੇ, ਮੈਨੂੰ ਖਾਦ ਪਾਵਾਂਗਾ, ਇਹਦੇ ਆਸੇ ਪਾਸੇ ਬਾੜੀ ਕਰਾਂਗਾ, ਇਹਦੇ ਉੱਤੇ ਇਹਦੀ ਟੇਕ ਕੇਅਰ ਕਰੂੰਗਾ, ਇਹਨੂੰ 1 ਸਾਲ ਦੇ ਦੇ। ਇਸੇ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਸਮਾਂ ਦਿੱਤਾ ਹੋਇਆ ਕਿ ਅਸੀਂ ਫਲਵੰਤ ਹੋਈਏ। ਉਹ ਪਰਮੇਸ਼ਰ ਦੇ ਕੋਲ ਸਾਡੇ ਲਈ ਮਿੰਨਤ ਕਰਦਾ ਆ, ਹੇ ਪਰਮੇਸ਼ਰ, ਹੇ ਮੇਰੇ ਪਿਤਾ, ਇਹਨਾਂ ਨੂੰ ਇੱਕ ਹੋਰ ਮੌਕਾ ਦੇ ਦੇ, ਇਹਨਾਂ ਨੂੰ ਇੱਕ ਹੋਰ ਚਾਂਸ ਦੇ ਦੇ ਤਾਂ ਕਿ ਫਲਵੰਤ ਹੋ ਜਾਣ, ਇਹਨਾਂ ਨੂੰ ਨਾ ਕੱਟੀ। ਕਿਉਂਕਿ ਬਾਗ ਦਾ ਮਾਲੀ ਜਿਹੜਾ ਆ ਉਹ ਬਾਗ ਦੀ ਟੇਕ ਕੇਅਰ ਕਰਦਾ। ਕਿਉਂਕਿ ਵਚਨ ਵਿੱਚ ਲਿਖਿਆ ਯਹੋਨਾ 15 ਦੇ ਵਿੱਚ ਮੇਰਾ ਪਿਤਾ ਬਾਗਵਾਨ ਆ ਔਰ ਤੁਸੀਂ ਟਾਹਣੀਆਂ ਆ। ਜਿਹੜੀ ਟਾਹਣੀ ਫਲ ਨਹੀਂ ਦਿੰਦੀ ਉਸ ਨੂੰ ਛਾਂ ਦਿੰਦਾ ਆ, ਜਿਹੜੀ ਟਾਹਣੀ ਫਲ ਨਹੀਂ ਦਿੰਦੀ
पिता इन्हां नूं मौका दे दे, एक होर मौका दे दे, ये फ्रूट देणगे, मैं इन्हां दी गोडी करांगा। ओ पिता दे कोल साडे लई सिफारिश करदा रहिंदा, ओ पिता दे कोल जिस तरह वकील जिहड़ा आ ओ जिहड़ा वकील आ ओ सिफारिश करदा रहिंदा आ कि मेरा जिहड़ा क्लाइंट आ उहनूं मैं बचा लवां, उहनूं मैं बचा लवां। इसी तरह परमेश्वर दा पुत्तर साडे लई एक वकील आ, ओ सानूं बचाउणा चाहुंदा आ। ओ यही कहंदा आ, हे पिता इन्हां नूं एक होर मौका दे दे, इन्हां नूं एक होर मौका दे दे। मैं इन्हां ते दया करन वाला परमेश्वर आ, मैं इन्हां नूं प्रभु जी टेक केयर करन वाला परमेश्वर आ। एक होर साल इन्हां नूं दे दे। उन्हें सानूं मौका दिता होया आ कि असीं उहदी हजूरी विच आईए। प्रभु दे वचन च लिखिआ आ, मैं फलवंत करन वाला परमेश्वर आ। तुसीं मेरी टाहनी आ, जिहड़ी टाहनी नहीं फल दिंदी उसनूं मैं शाम दिन्ना आ, उसनूं मैं कट दिन्ना आ, ताकि प्रभु जी असीं ओह टाहनी नहीं बनना, असीं ओह टाहनी बननी आ जिहड़ी शाम दे और असीं फ्रूटवंत हो जाइए। प्रभु दे वचन च लिखिआ आ, मैं जिन्हों प्यार करता आ मैनूं शांगदा भी आ। जो असीं देखते हैं जो लोग प्रूणी करते आ दिसंबर और जनवरी के महीने विच ट्री नूं शांगदे आ, उस ट्री दे विचों पानी निकलदा आ, उस ट्री दे विचों पानी निकलदा आ। इसी तरह जो सानूं साडा परमेश्वर शांगदा आ, सानूं हिट हुंदी आ, सानूं दुख लगदा आ, साडीआं अखां दे विचों अथरू बगदे आ कि की हो गया। पर उस विच परमेश्वर कहंदा जिहड़ी बादू कट टाणी आ मैनूं कट दिन्ना आ ताकि तुसीं फलवंत होवो। असीं अपने दुखां दे विच मुसीबतां दे विच अपने उद्धारकर्ता नूं कहिए कि हे परमेश्वर तू साडा मुक्तिदाता आ, साडा उद्धारकर्ता आ। असीं तेरे वचनां दे मुताबिक चलीए, साडे विचों लूण खत्म ना हो जावे, ओ समसून दी तरह ना हो जाइए जो बेसवादा हो गया। असीं यहूदा इकसर ज्योति दी तरह जो दी जिंदगी दे विचों लूण खत्म हो गया, ओ बेसवादा हो गया, ओ परमेश्वर दे विरुद्ध चला गया। प्रभु सानू तू सलूणे बना, सानू लूण वाले बना ताकि तेरा वचन जिहड़ा आ असीं दूसरियां तक दसीए और दूसरियां नूं असीं तेरे विच लेके आईए। हालेलुया, हालेलुया। आइए सब खड़े होइए और परमेश्वर के नाम में जलाल देइए। प्रभु दे वचन च लिखिआ होया, मैं तेरा यहोवा आ, मैं तेरा यहोवा जरीआ, मैं तेरा परमेश्वर आ। मैं अपने उस पुत्र दी तरह जो बाप दे कोलों सारी धन दौलत लैके चला गया सी, फिर भी बाप रोज दिन रात सवेरे दोपहर शाम नूं 24 घंटे उहदी उस रस्ते वल निगाह रहिंदी सी कि मेरा बेटा कदों आए, मेरा बेटा कदों आए। इसी तरह परमेश्वर साडी वल भी देखदा आ कि मेरा पुत्र जिहड़ा आ कदों आए, कदों आए। और उसने उन्हें चूमिया, प्यार प्यार किया, उन्हें बस्तर पहनाए। प्रभु जिस तरह उस बाप ने उन्हें बस्तर पहनाए,